ਹੁਸ਼ਿਆਰਪੁਰ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਖੀਮਪੁਰ ਖੀਰੀ ਵਿੱਚ ਹੋਈ ਘਟਨਾ ਦੇ ਵਿਰੋਧ ਵਿੱਚ ਰੇਲ ਰੋਕ ਕੇ ਕੇਂਦਰ ਅਤੇ ਯੂਪੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕਿਸਾਨ ਨੇਤਾਵਾਂ ਨੇ ਕਿਹਾ ਕਿ ਲਖੀਮਪੁਰ ਦੀ ਘਟਨਾ ਭਾਜਪਾ ਨੇਤਾ ਦੀ ਸੋਚੀ ਸਮਝੀ ਚਾਲ ਸੀ, ਜਿਸ ਤੇ ਉਸ ਨੂੰ ਕਦੇ ਮਾਫ ਨਹੀਂ ਕੀਤਾ ਜਾ ਸਕਦਾ ਅਤੇ ਉਹਨਾਂ ਨੇ ਕਿਹਾ ਕਿ ਸ਼ਹੀਦ ਹੋਏ ਕਿਸਾਨਾਂ ਤੇ ਪੱਤਰਕਾਰਾਂ ਨੂੰ ਇਨਸਾਫ ਦਿਲਵਾਉਣ ਲਈ ਇਸ ਤਰ੍ਹਾਂ ਹੀ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਜਿਹੜਾ ਭਾਰਤ ਵਿੱਚ ਰੇਲ ਰੋਕੋ ਦਾ ਜਿਹੜਾ ਪ੍ਰੋਗਰਾਮ ਜਿਹੜਾ ਉਹ ਲਿਖਿਆ ਗਿਆ ਸੀ ਪੂਰੇ ਭਾਰਤ ਵਿੱਚ, ਤੇ ਇਸ ਦੇ ਤਹਿਤ ਹੀ ਹੁਸ਼ਿਆਰਪੁਰ ਵਿੱਚ ਵੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅਲੱਗ-ਅਲੱਗ ਜਥੇਬੰਦੀਆਂ ਵੱਲੋਂ ਜਿਹੜਾ ਆ ਰੇਲ ਰੋਕੋ ਦਾ ਜਿਹੜਾ ਇਹ ਪ੍ਰੋਗਰਾਮ ਉਹ ਚੱਲ ਰਿਹਾ ਹੈ। ਤੇ ਅਸੀਂ ਸਾਡੇ ਨਾਲ ਗੁਰਨਾਮ ਸਿੰਘ ਸਿੰਘੀਵਾਲ ਇੱਥੇ ਮੌਜੂਦ ਨੇ, ਕਿਸਾਨ ਆਗੂ, ਇਹਨਾਂ ਨਾਲ ਗੱਲਬਾਤ ਕਰਦੇ ਹਾਂ ਅਸੀਂ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਵਾਹਿ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਸਿੰਘੀਵਾਲ ਸਾਹਿਬ, ਲਗਭਗ 1 ਸਾਲ ਹੋ ਚੁੱਕਾ, ਕਿੰਨੀਆਂ ਕੀਮਤੀ ਜਾਨਾਂ ਜਿਹੜੀਆਂ ਜਾ ਚੁੱਕੀਆਂ ਆ ਤੇ ਹਜੇ ਤੱਕ ਵੀ ਜਿਹੜਾ ਆ ਸੰਘਰਸ਼ ਜਾਰੀ ਆ, ਤੇ ਅੱਜ ਵੀ ਜਿਹੜਾ ਪੂਰੇ ਭਾਰਤ ਵਿੱਚ ਰੇਲ ਰੋਕੋ ਦਾ ਜਿਹੜਾ ਪ੍ਰੋਗਰਾਮ ਜਿਹੜਾ ਲਿਖਿਆ ਗਿਆ, ਕੀ ਤੁਹਾਨੂੰ ਲੱਗਦਾ ਪਏ ਕਿੱਥੇ ਜਾ ਕੇ ਜਿਹੜਾ ਇਹ ਸੰਘਰਸ਼ ਖਤਮ ਹੋਊਗਾ ਜਾਂ ਕੀ ਇਹ ਕਿਹੜੇ ਮੋੜ ਵੱਲ ਨੂੰ ਜਾਊਗਾ ਅੱਗੇ? ਹਾਂਜੀ, ਅੱਜ ਦੀ ਜਿਹੜੀ ਸਥਿਤੀ ਜਿਹੜੀ ਹੈਗੀ ਆ, ਸੰਯੁਕਤ ਕਿਸਾਨ ਮੋਰਚੇ ਦੀਆਂ ਸਾਡੀਆਂ ਸਮੁੱਚੀਆਂ ਜਿਹੜੀਆਂ ਜਥੇਬੰਦੀਆਂ ਆ, ਉਹ ਲਗਾਤਾਰ ਜਿਹੜਾ ਸ਼ਾਂਤਮਈ ਤਰੀਕੇ ਦੇ ਨਾਲ ਸੰਘਰਸ਼ ਸਾਡਾ ਕਰਦੇ ਆ ਰਹੀਆਂ। ਲੇਕਿਨ ਪਿਛਲੇ ਸਮੇਂ ਦੌਰਾਨ ਲਖੀਮਪੁਰ ਖੀਰੀ ਦੇ ਵਿੱਚ ਸਾਡੇ ਜਿਹੜੇ ਕਿਸਾਨ ਸੀਗੇ, ਮਜ਼ਦੂਰ ਸੀਗੇ, ਨੌਜਵਾਨ ਸੀਗੇ, ਉਹ ਸ਼ਾਂਤਮਈ ਤਰੀਕੇ ਦੇ ਨਾਲ ਵਿਰੋਧ ਜਿਹੜਾ ਪ੍ਰਗਟ ਕਰਕੇ ਵਾਪਸ ਘਰਾਂ ਨੂੰ ਜਾ ਰਹੇ ਸੀਗੇ। ਉਸ ਵਕਤ ਕੇਂਦਰੀ ਰਾਜ ਗ੍ਰਹਿ ਮੰਤਰੀ ਅਜੇ ਮਿਸ਼ਰਾ ਤੇ ਉਸ ਦੇ ਪੁੱਤਰ ਵੱਲੋਂ ਬੜੇ ਸਾਜ਼ਿਸ਼ੀ ਢੰਗ ਦੇ ਨਾਲ ਉਹਨਾਂ ਦੇ ਉੱਤੇ ਗੱਡੀਆਂ ਚਾੜ ਕੇ ਦਰੜ ਕੇ ਉਹਨਾਂ ਨੂੰ ਬੜੇ ਵਹਿਸ਼ੀ ਢੰਗ ਦੇ ਨਾਲ ਉੱਥੇ ਕਤਲੇਆਮ ਕਰ ਦਿੱਤਾ ਉਹਨਾਂ ਦਾ। ਉਸ ਤੋਂ ਬਾਅਦ ਬੜੀ ਜੱਦੋ-ਜਹਿਦ ਨਾਲ ਜਿੱਥੇ ਅਜੇ ਮਿਸ਼ਰਾ ਦੇ ਮੁੰਡੇ ਨੂੰ ਗ੍ਰਿਫਤਾਰ ਕਰਵਾਇਆ, ਉੱਥੇ ਅਜੇ ਮਿਸ਼ਰਾ ਜਿਹੜਾ ਆ ਇਹਦਾ ਸੂਤਰਧਾਰ ਵਾ ਤੇ 120 ਦੇ ਵਿੱਚ ਉਹਦਾ ਨਾਂ ਆ, ਤੇ ਉਹ ਕੇਂਦਰ ਦੇ ਵਿੱਚ ਗ੍ਰਹਿ ਮੰਤਰੀ ਆ, ਤੇ ਇਹ ਇਨਕੁਆਰੀ ਜਿਹੜੀ ਹੈ ਇਸ ਕੇਸ ਦੀ ਉਹਨਾਂ ਤੱਕ ਦਰੁਸਤ ਨਹੀਂ ਹੋ ਸਕਦੀ ਜਿੰਨਾ ਚਿਰ ਉਹ ਬਰਖਾਸਤ ਨਹੀਂ ਹੁੰਦਾ ਤੇ ਉਹਦੀ ਗ੍ਰਿਫਤਾਰੀ ਨਹੀਂ ਹੁੰਦੀ। ਇਸ ਚੀਜ਼ ਨੂੰ ਮੁੱਖ ਰੱਖ ਕੇ ਜਥੇਬੰਦੀਆਂ ਨੇ ਲਗਾਤਾਰ ਪ੍ਰੋਗਰਾਮ ਦਿੱਤੇ ਸੀਗੇ। ਪਿਛਲੇ ਦਿਨੀ ਪੁਤਲੇ ਫੂਕਣ ਦਾ ਜਿਹੜਾ ਪ੍ਰੋਗਰਾਮ ਇਸੇ ਤਹਿਤ ਸੀਗਾ ਕਿ ਬਈ ਕੇਂਦਰ ਹਕੂਮਤ ਨੂੰ ਬਰਖਾਸਤ ਕਰੇ ਅਜੇ ਮਿਸ਼ਰਾ ਨੂੰ ਤੇ ਉਹਦੀ ਗ੍ਰਿਫਤਾਰੀ ਕਰੇ। ਲੇਕਿਨ ਹਕੂਮਤ ਜਿਹੜੀ ਆ ਉਹ ਇੰਨੇ ਹੰਕਾਰੀ ਰੂਪ ਜਿਹੜਾ ਧਾਰਨ ਕਰ ਚੁੱਕੀ ਆ, ਜਿਹੜੀ ਇਹ ਚਿੱਟੇ ਦਿਨ ਵਾਂਗੂ ਸਾਫ਼ ਉਹ ਦੋਸ਼ੀ ਲੋਕ ਨੇ, ਉਹਨਾਂ ਤੇ ਕੋਈ ਕਾਰਵਾਈ ਕਰਨ ਨੂੰ ਤਿਆਰ ਨਹੀਂ ਹੋ। ਤੇ ਉਸੇ ਹੀ ਤਹਿਤ ਅੱਜ ਜਿਹੜਾ ਆ ਅਗਲਾ ਐਕਸ਼ਨ ਜਿਹੜਾ ਪ੍ਰੋਗਰਾਮ ਆ ਉਹ ਰੇਲ ਰੋਕਣ ਦਾ ਸੀਗਾ, ਤੇ ਉਸੇ ਤਹਿਤ ਅਸੀਂ ਅੱਜ ਜਿਹੜਾ ਆ ਇੱਥੇ ਸੰਯੁਕਤ ਕਿਸਾਨ ਮੋਰਚੇ ਦੀਆਂ ਸਮੁੱਚੀ ਜਥੇਬੰਦੀਆਂ ਜਿਹੜੀਆਂ ਉਹ ਧਰਨਾ ਦੇ ਰਹੀਆਂ। ਸਿੰਘੀਵਾਲ ਸਾਹਿਬ, ਲਖੀਮਪੁਰ ਵਿੱਚ ਜਿਹੜੀ ਘਟਨਾ ਹੋਈ ਆ, ਮੰਦਭਾਗੀ ਘਟਨਾ ਸੀ ਉਹ ਬਹੁਤ, ਉਹਦੇ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਤੇ ਗ੍ਰਹਿ ਮੰਤਰੀ ਦਾ ਹੁਣ ਤੱਕ ਕੋਈ ਬਿਆਨ ਨਹੀਂ ਆਉਣਾ, ਇਹਦੇ ਬਾਰੇ ਕੀ ਕਹੋਗੇ ਤੁਸੀਂ? ਇਹ ਵੀ ਉਹਨਾਂ ਦੇ ਹੰਕਾਰੀ ਜਿਹੜਾ ਹਿਟਲਰ ਸ਼ਾਹੀ ਉਹਨਾਂ ਦਾ ਜਿਹੜਾ ਰਵੱਈਆ ਆ, ਜਿਹੜਾ ਉਹਨਾਂ ਕੋਲ ਸਪਸ਼ਟ ਜਿਹੜਾ ਬਹੁਮਤ ਵਾ, ਇਹ ਬਹੁਮਤ ਦੇ ਜ਼ੋਰ ਦੇ ਨਾਲ, ਧੱਕੇ ਦੇ ਨਾਲ ਇਹ ਲੋਕਾਂ ਦੇ ਉੱਤੇ ਇਸ ਢੰਗ ਨਾਲ ਜਿਹੜਾ ਇਹ ਰਾਜ ਕਰਨਾ ਚਾਹੁੰਦੇ ਆ। ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਇਹ ਡੈਮੋਕ੍ਰੇਸੀ ਆ। ਬੇਸ਼ੱਕ ਇਹਨਾਂ ਨੇ ਸਾਰੇ ਪਾਸੇ ਗੋਦੀ ਮੀਡੀਆ ਨੂੰ ਆਪਣੇ ਹੱਥਾਂ 'ਚ ਲੈ ਲਿਆ ਆ, ਅਦਾਲਤਾਂ ਨੂੰ ਆਪਣੇ ਹੱਥਾਂ 'ਚ ਲੈ ਲਿਆ ਆ, ਤੇ ਸਾਰੇ ਪਾਸੇ ਜਿਹੜਾ ਇਹਨਾਂ ਨੇ ਕਬਜ਼ਾ ਕੀਤਾ ਹੋਇਆ। ਲੇਕਿਨ ਇਹਦੇ ਉੱਤੋਂ ਵੀ ਇੱਕ ਸ਼ਕਤੀ ਹੁੰਦੀ ਆ, ਉਹ ਲੋਕ ਸ਼ਕਤੀ ਹੁੰਦੀ ਆ। ਤੇ ਅੱਜ ਜਿੱਥੇ ਹਾਲਾਤ ਬਣ ਚੁੱਕੇ ਆ, ਇਹ ਅੰਦੋਲਨ ਨੇ ਲੋਕ ਸ਼ਕਤੀ ਦਾ ਰੂਪ ਧਾਰਨ ਕਰ ਚੁੱਕਾ ਆ, ਤੇ ਇਹ ਜਿਹੜੇ ਹੰਕਾਰੀ ਲੋਕ ਆ ਇਹਨਾਂ ਨੂੰ ਬਿਲਕੁਲ ਪਿੱਛੇ ਧੱਕਣ ਤੇ ਖਦੇੜਨ ਦੇ ਵਿੱਚ ਇਹ ਲੋਕ ਸ਼ਕਤੀ ਜਿਹੜੀ ਆ ਉਹ ਕਾਮਯਾਬ ਹੋਊਗੀ। ਸਿੰਘੀਵਾਲ ਸਾਹਿਬ, ਦਿੱਲੀ ਵਿੱਚ ਵੀ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਪਿਛਲੇ ਦਿਨੀ, ਤੇ ਤੁਹਾਨੂੰ ਕੀ ਲੱਗਦਾ ਪਏ ਕਿਸਾਨੀ ਜਿਹੜਾ ਸੰਘਰਸ਼ ਹੈ ਇਹਨੂੰ ਢਾਲ ਲਾਉਣ ਦੀ ਕੋਈ ਚਾਲ ਹੋ ਸਕਦੀ ਹੈ? ਹਾਂਜੀ, ਪਹਿਲੀ ਗੱਲ ਤਾਂ ਜਿਹੜੀ ਉੱਥੇ ਮੰਦਭਾਗੀ ਜਿਹੜੀ ਤੁਸੀਂ ਕਹਿੰਦੇ ਘਟਨਾ ਵਾਪਰੀ ਆ, ਉਹ ਸੰਯੁਕਤ ਕਿਸਾਨ ਮੋਰਚੇ ਦਾ ਉਹ ਸਿੱਧੇ ਰੂਪ 'ਚ ਕੋਈ ਹਿੱਸਾ ਨਹੀਂ ਹੈਗਾ। ਉਹ ਇੱਕ ਜਿਹੜਾ ਬੇਅਦਬੀ ਦਾ ਮਸਲਾ ਹੈਗਾ ਆ, ਤੇ ਲੇਕਿਨ ਉਹਨੂੰ ਪੇਸ਼ ਬੜਾ ਜਿਹੜਾ ਉਹ ਬਿਲਕੁਲ ਗਲਤ ਢੰਗ ਨਾਲ ਜਿਹੜਾ ਕੀਤਾ ਜਾ ਰਿਹਾ ਆ। ਕਿਤੇ ਦੂਜੇ ਪਾਸੇ ਜਿਹੜੀਆਂ ਬੇਅਦਬੀ ਦੀਆਂ ਜਿਹੜੀਆਂ ਘਟਨਾਵਾਂ ਆ, ਉਹ ਇੱਕ ਧਾਰਮਿਕ ਫਿਰਕੇ ਦੇ ਨਾਲ ਉਹਦੀਆਂ ਭਾਵਨਾਵਾਂ ਜੁੜੀ ਹੋਈ ਜਿਹੜੀ ਉਹ ਬਹੁਤ ਹੀ ਗੰਭੀਰ ਜਿਹੜਾ ਉਹ ਹੈਗਾ ਆ। ਲੇਕਿਨ ਹਕੂਮਤ ਬਹੁਤ ਸਾਰੇ ਹੱਥ ਕੰਡੇ ਅਪਣਾ ਕੇ ਇਹੋ ਜਿਹਾ ਉੱਥੇ ਕਰਨਾ ਚਾਹੁੰਦੇ ਆ ਵੀ ਕਿਸੇ ਤਰੀਕੇ ਦੇ ਨਾਲ ਉੱਥੇ ਪਾੜਾ ਪਾਇਆ ਜਾਵੇ। ਲੇਕਿਨ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਬੜੀ ਸਮਝਦਾਰੀ ਦੇ ਨਾਲ ਪਹਿਲਾਂ ਵੀ ਤੇ ਹੁਣ ਵੀ ਇਹਨਾਂ ਚੀਜ਼ਾਂ ਨੂੰ ਬਿਲਕੁਲ ਉਹ ਹੈਂਡਲ ਕਰਕੇ ਅੱਗੇ ਜਾਣਗੀਆਂ।
ਸੰਯੁਕਤ ਕਿਸਾਨ ਮੋਰਚਾ 1 ਸਾਲ ਤੋਂ ਜਿਹੜਾ ਧਰਨਾ ਉੱਥੇ ਲਾ ਕੇ ਬੈਠਾ ਆ ਤੇ ਹੁਣ ਤੱਕ ਉਹਨਾਂ ਦੀਆਂ ਕੀ ਮੰਗਾਂ ਨੇ ਤਾਂ ਜਾਂ ਕੋਈ ਹੁਣ ਸਰਕਾਰ ਨਾਲ ਦੁਆਰਾ ਕੋਈ ਗੱਲਬਾਤ ਦੀ ਕੋਈ ਮੰਗ ਹੋਵੇ ਜਾਂ ਉਧਰੋਂ ਕੋਈ ਸੱਦਾ ਹੋਵੇ ਇਦਾਂ ਦੀ ਕੋਈ ਗੱਲਬਾਤ ਜਾਂ ਇਹ ਕਿੱਥੇ ਜਾ ਕੇ ਜਿਹੜਾ ਇਹ ਸੰਘਰਸ਼ ਆ ਖਤਮ ਹੋਊਗਾ ਜਾਂ ਕੀ ਲਾਸਟ ਤੇ ਸੰਯੁਕਤ ਕਿਸਾਨ ਮੋਰਚੇ ਦੀ ਮੰਗ ਆ? ਸੰਯੁਕਤ ਕਿਸਾਨ ਮੋਰਚੇ ਦੀਆਂ ਮੁੱਖ ਮੰਗਾਂ ਜਿਹੜੀਆਂ ਉਹ 3 ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣਾ ਤੇ ਪਲੱਸ ਜਿਹੜੀ ਐਮਐਸਪੀ ਦੀ ਗਾਰੰਟੀ ਲੈਣੀ ਤੇ 2 ਜਿਹੜੇ ਹੋਰ ਕਾਨੂੰਨ ਆ ਉਹ ਬਿਜਲੀ ਨਾਲ ਸੰਬੰਧਿਤ ਆ ਤੇ ਨਾਲ ਪਰਾਲੀ ਨੂੰ ਸਾੜਨ ਨਾਲ ਸੰਬੰਧਿਤ ਜਿਹੜਾ ਉਹ ਆ ਤੇ ਜਿੰਨੀ ਦੇਰ ਤੱਕ ਇਹ ਕਾਨੂੰਨ ਰੱਦ ਨਹੀਂ ਹੁੰਦੇ ਤੇ ਐਮਐਸਪੀ ਦੀ ਗਾਰੰਟੀ ਨਹੀਂ ਮਿਲਦੀ ਉਨੀ ਦੇਰ ਜਿਹੜਾ ਸੰਘਰਸ਼ ਆ ਇਸੇ ਤਰੀਕੇ ਦੇ ਨਾਲ ਅਮਨਮਈ ਤੇ ਜਮਹੂਰੀ ਤਰੀਕੇ ਦੇ ਨਾਲ ਜਾਰੀ ਰਹੂਗਾ। ਸਾਡੇ ਨਾਲ ਮੌਜੂਦ ਨੇ ਮਾਸਟਰ ਦਵਿੰਦਰ ਸਿੰਘ ਕੱਕੋ ਜੀ, ਇਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਵੀ ਅੱਜ ਜਿਹੜਾ ਰੇਲ ਰੋਕੋ ਦਾ ਜਿਹੜਾ ਸੱਦਾ ਦਿੱਤਾ ਗਿਆ ਸੀਗਾ ਇਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਉਸ ਨੂੰ ਕਿਸ ਤਰੀਕੇ ਨਾਲ ਦੇਖਦੇ ਆ ਜਾਂ ਜਿਹੜਾ ਕਿਸਾਨ ਮੋਰਚਾ ਜਿਹੜਾ ਚੱਲ ਰਿਹਾ ਆ ਉਹਨੂੰ ਕਿਸ ਤਰੀਕੇ ਨਾਲ ਅੱਗੇ ਦੇਖਦੇ ਆ? ਹਾਂਜੀ ਸਰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਦਵਿੰਦਰ ਸਿੰਘ ਕੱਕੋ, ਜਮਹੂਰੀ ਕਿਸਾਨ ਸਭਾ ਪੰਜਾਬ, ਜ਼ਿਲ੍ਹਾ ਹੁਸ਼ਿਆਰਪੁਰ। ਅਸੀਂ ਜਿਹੜਾ ਅੱਜ ਦਾ ਸੱਦਾ ਜਿਹੜਾ ਸੀਗਾ ਰੇਲ ਰੋਕੋ ਅੰਦੋਲਨ ਸੱਦਾ ਜਿਹੜਾ ਸੀਗਾ ਇਹ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਸੀ। ਇਸ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਦਾ ਇੱਕੋ ਇੱਕ ਮੇਨ ਮਕਸਦ ਜਿਹੜਾ ਸੀਗਾ ਵੀ ਜਿਹੜਾ ਸਾਡਾ ਅਜੇ ਮਿਸ਼ਰਾ ਕੇਂਦਰੀ ਰਾਜ ਗ੍ਰਹਿ ਮੰਤਰੀ ਹੈਗਾ ਆ ਉਹਦੇ ਵੱਲੋਂ ਉਕਸਾਏ ਹੋਏ ਉਹਦੇ ਲੜਕੇ ਵੱਲੋਂ ਜਿਹੜੀ ਇਹ 4 ਕਿਸਾਨਾਂ ਨੂੰ ਮਤਲਬ ਸ਼ਹੀਦ ਕੀਤਾ ਜੀਪੇ ਥੱਲੇ ਦੇ ਕੇ ਤੇ ਨਾਲ 5ਵਾਂ ਜਿਹੜਾ ਪੱਤਰਕਾਰ ਜਿਹੜਾ ਮਾਰਿਆ ਗਿਆ ਉਹਦੇ ਨਾਲ ਜਿਹੜੇ 3 ਬੰਦੇ ਹੋਰ ਮਰੇ ਗਏ ਆ ਉਹ ਸਾਰਿਆਂ ਦੇ ਦੋਸ਼ੀ ਜਿਹੜੇ ਆ ਉਹ ਅਜੇ ਮਿਸ਼ਰਾ ਤੇ ਉਹਦਾ ਜਿਹੜਾ ਆ ਉਹ ਲੜਕਾ ਦਾ ਜਿਹਦੇ ਨਾਲ ਉਹਦੇ ਸਾਥੀ ਜਿਹੜੇ ਸੀਗੇ ਉਹ ਹੈਗੇ ਆ। ਉਹ ਕਿਉਂਕਿ ਅਸੀਂ ਲਗਾਤਾਰ ਇਹ ਮੰਗ ਕਰ ਰਹੇ ਆ ਸਰਕਾਰ ਦੇ ਕੋਲੋਂ ਵੀ ਇਹਦੀ ਇਸ ਜਿਹੜੀ ਘਟਨਾ ਹੈਗੀ ਆ ਜਿਹੜੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ, ਪਰ ਸਰਕਾਰ ਦੇ ਕੰਨ ਤੇ ਕੋਈ ਜੂੰ ਨਹੀਂ ਸਰਕ ਰਹੀ। ਇਸ ਕਰਕੇ ਉਹਨੂੰ ਪਾਰਲੀਮੈਂਟ ਦੇ ਵਿੱਚੋਂ ਬਾਹਰ ਕੱਢਣ ਦੇ ਵਾਸਤੇ, ਉਹਦੀ ਬਰਖਾਸਤੀ ਦੇ ਵਾਸਤੇ, ਉਹਦੀ ਜਿਹੜਾ ਕੇਂਦਰੀ ਗ੍ਰਹਿ ਮੰਤਰੀ ਦਾ ਜਿਹੜਾ ਅਹੁਦਾ ਹੈਗਾ ਉਹਨੂੰ ਵਾਪਸ ਲੈ ਕੇ ਉਹਨੂੰ ਬਰਖਾਸਤ ਕੀਤਾ ਜਾਵੇ। ਉੱਤੇ ਬਣਦੀ ਜਿਹੜੀ ਆ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸੇ ਤਰ੍ਹਾਂ ਹੀ ਜਲਦ ਤੋਂ ਜਲਦ ਜਿਹੜੀ ਹੈਗੀ ਆ ਉਹਦੇ ਇੱਕ ਲੜਕੇ ਤੇ ਜਿਹੜੇ ਹੋਰ ਦੋਸ਼ੀ ਉਹਦੇ ਨਾਲ ਹੈਗੇ ਆ ਉਹਨੂੰ ਸਜ਼ਾਵਾਂ ਦਿਵਾਉਣ ਦਾ ਮਕਸਦ ਸੀਗਾ। ਤੇ ਜਿਹੜੀ ਜਿੱਥੇ ਤੁਸੀਂ ਦੂਸਰੀ ਗੱਲ ਕੀਤੀ ਹੈਗੀ ਆ ਭਈ ਅਸੀਂ ਇਹਨੂੰ ਕਿੱਦਾਂ ਦੇਖਦੇ ਆ, ਸੰਯੁਕਤ ਕਿਸਾਨ ਮੋਰਚਾ ਜਿਹੜਾ ਆ ਉਹ ਭਾਵੇਂ ਸਰਕਾਰ ਦੇ ਵੱਲੋਂ ਟਾਈਮ ਟੂ ਟਾਈਮ ਸਮੇਂ ਤੇ ਕੁਝ ਜਿਹੀਆਂ ਘਟਨਾਵਾਂ ਕਰਕੇ ਇਸ ਮੋਰਚੇ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਜਾ ਰਿਹਾ, ਪਰ ਇਹ ਜਿਹੜਾ ਮੋਰਚਾ ਆ ਇਹ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਸਰਕਾਰ ਦੀਆਂ ਨਾਕਾਮੀਆਂ ਨੂੰ, ਸਰਕਾਰ ਦੀਆਂ ਸਾਜ਼ਿਸ਼ਾਂ ਨੂੰ ਮਤਲਬ ਫੇਲ ਕਰਦਾ ਹੋਇਆ ਅੱਗੇ ਵਧ ਰਿਹਾ। ਉਹ ਇਸੇ ਕਰਕੇ ਹੀ ਦੁਨੀਆ ਦੇ ਵਿੱਚ ਇਸ ਸੰਘਰਸ਼ ਦਾ ਜਿਹੜਾ ਆ ਉਹ ਨਾਂ ਚੱਲ ਰਿਹਾ ਔਰ ਇਹਨੇ ਨਵੇਂ ਹਰ ਰੋਜ਼ ਜਿਹੜਾ ਨਵਾਂ ਇਤਿਹਾਸ ਰਚ ਰਿਹਾ ਔਰ ਨਵੇਂ ਮੀਲ ਪੱਥਰ ਗੱਡ ਰਿਹਾ। ਸੋ ਇਸੇ ਕਰਕੇ ਪੂਰੀ ਇਹਦੀ ਦੁਨੀਆ ਭਰ ਦੇ ਦੇਸ਼ਾਂ ਦੇ ਵਿੱਚ ਜਿਹੜੇ ਵੱਡੇ ਵੱਡੇ ਕੰਟਰੀ ਹੈ, ਭਾਵੇਂ ਉਹ ਯੂਐਨਓ ਦਾ ਅਦਾਰਾ ਹੋਵੇ, ਯੂਐਨਓ ਦੇ ਵਿੱਚ ਭਾਵੇਂ ਯੂਕੇ ਹੋਵੇ, ਭਾਵੇਂ ਆਸਟ੍ਰੇਲੀਆ ਹੋਵੇ, ਭਾਵੇਂ ਕੋਈ ਹੋਰ ਕੰਟਰੀ ਹੋਵੇ, ਤੇ ਉਹਦੇ ਵਿੱਚ ਉਹਦੀਆਂ ਦੀਆਂ ਪਾਰਲੀਮੈਂਟਾਂ ਦੇ ਵਿੱਚ ਇਹਦੀ ਗੱਲ ਚੱਲਦੀ ਆ। ਇਸੇ ਕਰਕੇ ਚੱਲਦੀ ਆ ਕਿਉਂਕਿ ਸ਼ਾਂਤਮਈ ਤਰੀਕੇ ਦੇ ਨਾਲ ਕਿਸਾਨ ਜਿਹੜੇ ਆ ਉਹ ਏਡਾ ਵੱਡਾ ਅੰਦੋਲਨ ਚਲਾ ਰਹੇ ਆ। ਮਾਸਟਰ ਜੀ 1 ਸਾਲ ਤੋਂ ਜਿਹੜਾ ਆ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਸੰਘਰਸ਼ ਆ ਬਹੁਤ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ, ਵਿੱਚ ਕੁਝ ਮੰਦਭਾਗੀਆਂ ਘਟਨਾਵਾਂ ਵੀ ਵਾਪਰੀਆਂ ਤੇ ਨਾਲ ਦੀ ਨਾਲ ਜਿਹੜਾ ਆ ਜਿੱਦਾਂ ਹੁਣ ਅੱਜ ਵੀ ਰੇਲ ਰੋਕੋ ਦਾ ਜਿਹੜਾ ਸੱਦਾ ਦਿੱਤਾ ਗਿਆ ਸੀ, ਇਹਦੇ ਨਾਲ ਜਿਹੜੇ ਆ ਦੇਸ਼ ਦੀ ਜਨਤਾ ਨੂੰ ਵੀ ਕਾਫੀ ਜਿਹੜਾ ਉਹ ਮੁਸ਼ਕਲਾਂ ਪੈਂਦੀਆਂ ਆ। ਤੇ ਇਹਦੇ ਬਾਰੇ ਤੁਸੀਂ ਜਿਹੜੀ ਦੇਸ਼ ਦੀ ਜਨਤਾ ਆ ਜਾਂ ਪੰਜਾਬ ਦੀ ਜਨਤਾ ਆ ਜਿਹੜੀ ਕਿਸਾਨੀ ਮੋਰਚੇ ਦੇ ਨਾਲ ਖੜੀ ਆ ਜਾਂ ਨਹੀਂ ਖੜੀ, ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਲੋਕਾਂ ਨੂੰ ਤੰਗ ਕਰਨਾ ਸਾਡਾ ਕੋਈ ਮਕਸਦ ਨਹੀਂ ਹੈ, ਲੇਕਿਨ ਜਦੋਂ ਜਿਹੜੀ ਸਰਕਾਰ ਸਾਡੇ ਲੋਕਾਂ ਨੂੰ ਦਿੱਤੇ ਹੋਏ ਲੋਕਾਂ ਨੂੰ, ਦੇਸ਼ ਦੇ ਨਾਗਰਿਕਾਂ ਨੂੰ ਦਿੱਤੇ ਹੋਏ ਜਿਹੜੇ ਹੱਕ ਖੋ ਰਹੀ ਹੈਗੀ ਆ, ਅਸੀਂ ਉਹਨਾਂ ਹੱਕਾਂ ਨੂੰ ਬਹਾਲ ਕਰਾਉਣ ਦੇ ਵਾਸਤੇ ਸੰਘਰਸ਼ ਲੜ ਰਹੇ ਹਾਂ। ਇਹ ਇਕੱਲਾ ਇਸ ਵੇਲੇ ਭਾਵੇਂ ਸਟਾਰਟ ਜਿਹੜਾ ਕਿਸਾਨੀ ਤੋਂ ਹੋਇਆ ਸੀਗਾ, ਇਸ ਵੇਲੇ ਪੂਰੇ ਹਿੰਦੁਸਤਾਨ ਦੇ ਲੋਕਾਂ ਦਾ ਜਿਹੜਾ ਸੰਘਰਸ਼ ਮਤਲਬ ਇਹ ਬਣ ਚੁੱਕਾ, ਕਿਉਂਕਿ ਕਿਸਾਨ ਜਿਹੜੀ ਅਨਾਜ ਪੈਦਾ ਕਰਦਾ ਜਾਂ ਰੋਟੀ ਪੈਦਾ ਕਰਦਾ, ਜਿਹੜਾ ਨਿਵਾਲਾ ਪੈਦਾ ਕਰਦਾ ਆ, ਉਹ ਅਮੀਰ ਵੀ ਖਾਂਦਾ ਤੇ ਗਰੀਬ ਵੀ ਖਾਂਦਾ। ਇਸ ਕਰਕੇ ਲੋਕ ਇਹ ਮਹਿਸੂਸ ਕਰ ਰਹੇ ਆ ਵੀ ਕਿਸਾਨਾਂ ਦੇ ਨਾਲ ਧੱਕਾ ਹੋ ਰਿਹਾ, ਕਿਸਾਨਾਂ ਨੂੰ ਉਹਨਾਂ ਦੀਆਂ ਏਜੰਟਾਂ ਦੇ ਪੂਰੇ ਭਾਅ ਨਹੀਂ ਦਿੱਤੇ ਜਾ ਰਹੇ। ਐਮਐਸਪੀ ਦੀ ਜੇ ਸਰਕਾਰ ਇਹ ਗੱਲ ਕਹਿੰਦੀ ਆ ਵੀ ਐਮਐਸਪੀ ਹੈਗੀ ਆ, ਰਹੇਗੀ ਔਰ ਦੇ ਰਹੇ ਆ, ਤਾਂ ਫਿਰ ਉਹਨੂੰ ਕਾਨੂੰਨੀ ਅਧਿਕਾਰ ਦੇਣ 'ਚ ਉਹਦੇ ਕੀ ਹਰਜ ਕੀ ਹੈਗਾ? ਮਾਸਟਰ ਜੀ ਪੰਜਾਬ, ਭਾਰਤ, ਇਸ ਤੋਂ ਇਲਾਵਾ ਆਲ ਵਰਲਡ ਵਿੱਚ ਜਿਹੜਾ ਆ ਕਿਸਾਨੀ ਸੰਘਰਸ਼ ਨੂੰ ਜਿਹੜਾ ਸਾਥ ਮਿਲ ਰਿਹਾ, ਤੇ ਜਿਹੜੇ ਭਾਰਤ ਵਾਸੀ ਹੁਣ ਵੀ ਇਹ ਕਹਿੰਦੇ ਆ ਵੀ ਜਿਹੜਾ ਕਿਸਾਨੀ ਸੰਘਰਸ਼ ਆ ਗਲਤ ਆ, ਉਹਨਾਂ ਲਈ ਇੱਕ ਸੁਨੇਹਾ। ਉਹ ਸਿਰਫ ਜਿਹੜੇ ਬੀਜੇਪੀ ਦੇ ਕੁਝ ਲੋਕ ਹੈਗੇ ਆ, ਜਿਹੜੇ ਬੀਜੇਪੀ ਦੇ ਕੋਈ ਪੱਕੇ ਲੋਕ ਆ, ਜਿਹੜੇ ਉਸ ਵਿਚਾਰਧਾਰਾ ਦੇ ਨਾਲ ਸੰਬੰਧ ਰੱਖਦੇ ਆ, ਉਹੀ ਲੋਕ ਕਹਿ ਰਹੇ ਆ। ਵਰਨਾ ਮਤਲਬ ਮੈਜੋਰਟੀ ਆਫ ਪੀਪਲ ਜਿਹੜੇ ਆ ਹਿੰਦੁਸਤਾਨ ਦੇ, ਜਿਹੜੇ ਆ ਭਾਰਤ ਦੇ ਜਿਹੜੇ ਵੱਧ ਗਿਣਤੀ ਦੇ ਲੋਕ ਜਿਹੜੇ ਹੈਗੇ ਆ, ਉਹ ਇਸ ਸੰਘਰਸ਼ ਦੀ ਹਮਾਇਤ ਕਰਦੇ ਆ ਔਰ ਇਸ ਸੰਘਰਸ਼ ਦੀ ਹਮਾਇਤ ਹੀ ਨਹੀਂ ਕਰਦੇ, ਇਹਨੂੰ ਪੂਰਾ ਸਮਰਥਨ ਵੀ ਦੇ ਰਹੇ ਆ। ਦਾ ਸਟੈਲਰ ਨਿਊਜ਼ ਲਈ ਹਰਪਾਲ ਲਾਡਾ ਦੇ ਨਾਲ ਕੈਮਰਾਮੈਨ ਜਤਿੰਦਰ ਪਿੰਸ ਦੀ ਰਿਪੋਰਟ।